ਇਹ ਆਲੋਚਨਾ ਕਰਨਾ ਜਾਂ ਕੁਝ ਕਹਿਣਾ ਕੁਝ ਸੋਚਣਾ ਲੋਕਾਂ ਦਾ ਕੰਮ ਹੈ, ਤੁਹਾਡਾ ਕੰਮ ਨਹੀਂ। ਜੇਕਰ ਤੁਸੀਂ ਲੋਕਾਂ ਵਾਲਾ ਕੰਮ ਕਰਨ ਲੱਗੇ ਤਾਂ ਤੁਸੀਂ ਆਪਣਾ ਕੰਮ ਨਹੀਂ ਕਰ ਪਾਓਗੇ। ਸੋ ਇਹ ਵਿਚਾਰ ਹੈ ਜਿਹੜਾ ਅਸੀਂ 2-3 ਵਿਚਾਰ ਅੱਜ ਰੱਖਾਂਗੇ। ਇਹ ਵਿਚਾਰ ਜਿਹੜਾ ਕਿਉਂਕਿ ਬਹੁਤ ਲੋਕ ਹੁੰਦੇ ਨੇ ਜਿਹੜੇ ਤੁਹਾਡੇ ਵਾਂਗ ਸੋਚਦੇ ਨੇ, ਕਰਨਾ ਚਾਹੁੰਦੇ ਨੇ, ਪਰ ਲੋਕ ਲਾਜ ਨੂੰ ਵੇਖ ਕੇ ਕਿ ਲੋਕ ਮੈਨੂੰ ਕੀ ਕਹਿਣਗੇ, ਮੇਰਾ ਪਰਿਵਾਰ ਕੀ ਕਹੂਗਾ, ਉਹ ਪਿੱਛੇ ਆਪਣਾ ਸਟੈਪ ਲੈ ਲੈਂਦੇ ਨੇ। ਖਾਸ ਕਰਕੇ ਸਾਡੇ ਭਾਰਤੀ ਸਮਾਜ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ। ਤੁਸੀਂ ਇਸ ਗੱਲ ਨੂੰ ਕਿਵੇਂ ਵੇਖਦੇ ਹੋ? ਪਹਿਲੇ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਤੁਹਾਨੂੰ ਵੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਕਿ ਮੈਨੂੰ ਇੱਥੇ ਬੁਲਾਇਆ ਹੈ ਤੁਸੀਂ ਅੱਜ, ਤੇ ਮੌਕਾ ਮਿਲਿਆ ਲੋਕਾਂ ਨਾਲ ਵੀ ਤੁਹਾਡੇ ਨਾਲ ਰੂਬਰੂ ਹੋਣ ਦਾ ਜੀ। ਤੇ ਜਿਹੜਾ ਤੁਸੀਂ ਸਵਾਲ ਕਰਿਆ ਹੈ, ਮੈਂ ਬਸ ਆਈ ਕਹਾਂਗੀ ਕਿ ਇਹ ਬਸ ਉੱਪਰ ਵਾਲੇ ਦੀ ਮਿਹਰ ਹੁੰਦੀ ਹੈ, ਵਾਹਿਗੁਰੂ ਜੀ ਦੀ ਮਿਹਰ ਹੈ ਕਿ ਉਹਨਾਂ ਨੇ ਮੇਰੇ ਦਿਲ ਵਿੱਚ, ਬਾਕੀ ਜਿਸ ਤਰ੍ਹਾਂ ਸਾਡੇ ਵਾਹਿਗੁਰੂ ਜੀ ਉਹਨਾਂ ਨੇ ਲੰਗਰ ਸੇਵਾ ਕੀਤੀ, ਕਿੰਨੇ ਲੋਕਾਂ ਵਾਸਤੇ ਕਿੰਨਾ ਕੰਮ ਕੀਤਾ ਸੇਵਾ ਵਾਸਤੇ, ਤਾਂ ਬਸ ਉਹਨਾਂ ਤੋਂ ਹੀ ਅਸੀਂ ਮੋਟੀਵੇਸ਼ਨ ਲਿੱਤੀ ਹੈ। ਤੇ ਮੇਰੇ ਜਿਹੜੇ ਘਰ ਵਿੱਚ ਵੀ ਸੰਸਕਾਰ ਸੀ ਜੀ, ਉਤੇ ਮਾਪਿਓ ਤੋਂ ਜਿਹੜੇ ਮੈਨੂੰ ਸੰਸਕਾਰ ਮਿਲੇ ਨੇ, ਬਸ ਉਹਨਾਂ ਨਾਲ ਹੀ ਮੈਂ ਦਿਲ ਵਿੱਚ ਆਇਆ ਕਿ ਮੈਂ ਲੋਕਾਂ ਲਈ ਕੰਮ ਕਰਨਾ ਹੈ, ਤਾਂ ਬਸ ਫਿਰ ਕੰਮ ਸ਼ੁਰੂ ਕੀਤਾ ਮੈਂ ਜੀ। ਤੇ ਬਾਕੀ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਲੋਕੀ ਕ੍ਰਿਟਿਸਾਈਜ਼ ਕਰਦੇ ਨੇ, ਹਾਂਜੀ, ਦੇਖਿਆ ਜਾਏ ਤੇ ਦੇਖਿਏ ਸਮਾਜ ਜੇ ਤੁਸੀਂ ਅੱਛਾ ਕੰਮ ਕਰਦੇ ਹੋ ਤਾਂ ਵੀ ਕ੍ਰਿਟਿਸਾਈਜ਼ ਕਰਨਗੇ, ਜੇ ਬੁਰਾ ਕਰਦੇ ਹੋ ਤਾਂ ਵੀ ਕ੍ਰਿਟਿਸਾਈਜ਼ ਕਰਨਗੇ ਜੀ। ਤਾਂ ਬਸ ਮੈਂ ਆਪਣੀ, ਜਿਸ ਤਰ੍ਹਾਂ ਕਹਿੰਦੇ ਨੇ ਸਾਡੇ ਗੁਰੂਆਂ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ ਹੈ, ਬਸ ਉਸੇ ਉੱਤੇ ਚੱਲਦੇ ਹੋਏ ਮੈਂ ਬਸ ਇਹ ਕੰਮ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਬਸ ਆਪਣੇ ਮਨ ਦੀ ਤੇ ਉੱਪਰ ਵਾਲੇ ਦਾ ਅੱਗੇ ਹੱਥ ਜੋੜਿਆ ਵੀ ਤੂੰ ਆਪਣਾ ਮਿਹਰ ਮੇਰੇ ਤੇ ਰੱਖੀ, ਤੇ ਬਸ ਮੈਂ ਲੋਕਾਂ ਲਈ ਫਿਰ ਕੰਮ ਸ਼ੁਰੂ ਕੀਤਾ। ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ? ਇਹ ਕਦੋਂ ਸ਼ੁਰੂ ਕੀਤਾ ਸੀ ਤੁਸੀਂ ਇਹ ਜਿਹੜਾ ਕਾਰਜ ਸੀ ਲੋਕਾਂ ਦੀ ਸੇਵਾ? ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਤੇ ਸੰਸਕਾਰ ਹੀ ਕਰੋ ਮਿਲਿਆ, ਤੇ ਬਚਪਨ ਤੋਂ ਮੈਂ ਕਰ ਰਹੀ ਹਾਂ। ਪਹਿਲੀ ਮਾਂ ਜਿਹੜਾ ਗੁਰੂ ਹੁੰਦਾ ਉਹ ਪਹਿਲੀ ਮਾਂ ਨੂੰ ਆਖਿਆ ਜਾਂਦਾ ਹੈ, ਤੇ ਮਾਂ ਪਿਓ ਤੋਂ ਜੋ ਅਸੀਂ ਸਿੱਖਦੇ ਹਾਂ ਉਹ ਅੱਗੇ ਸਾਡੀ ਸਾਰੀ ਉਮਰ ਕੰਮ ਆਉਂਦਾ ਜੀ। ਜੀ ਜਿਸ ਤਰ੍ਹਾਂ ਕਿ ਮੇਰੇ ਮੰਮੀ ਉਹ ਸਮਾਜ ਸੇਵੀ ਨੇ ਜੀ, ਤੇ ਮੇਰੇ ਪਾਪਾ ਵੀ ਪੁਲਿਸ ਵਿੱਚ ਸੀ ਜੀ, ਤੇ ਬਸ ਉਹਨਾਂ ਤੋਂ ਹੀ ਅਸੀਂ ਕਰਦਾ ਮਾਹੌਲ ਇਸ ਤਰ੍ਹਾਂ ਸੀ ਸਮਾਜ ਸੇਵਾ ਦਾ। ਨਾਲ ਮੈਨੂੰ ਲੱਗਦਾ ਤੁਸੀਂ ਜਦੋਂ ਮਾਤਾ ਜੀ ਸਮਾਜ ਸੇਵਾ ਕਰਦੇ ਹੋਗੇ ਨਾਲ ਤੁਸੀਂ ਹੱਥ ਵਟਾਉਂਦੇ ਹੋਗੇ, ਤੇ ਉੱਥੋਂ ਹੀ ਤਜਰਬੇ ਸਾਰੇ ਉੱਥੋਂ ਹੀ ਜਿਹੜਾ ਸਿੱਖਿਆ ਮਿਲੀ ਜੀ। ਮੇਰੇ ਮੰਮੀ ਨੂੰ ਮੈਂ ਵੇਖਿਆ ਕਲੋਨੀ 'ਚ ਲੋਕਾਂ ਦੀ ਹੈਲਪ ਕਰਦੇ ਹੋਏ, ਔਰਤਾਂ ਲਈ ਉਹਨਾਂ ਨੂੰ ਗਾਈਡ ਕਰਦੇ ਹੋਏ, ਉਹਨਾਂ ਦੇ ਬੱਚਿਆਂ ਲਈ, ਤੇ ਬਸ ਫਿਰ ਬਚਪਨ ਤੋਂ ਹੀ ਕਹਿ ਲਓ ਤੁਸੀਂ, ਤੇ ਨਾਲੇ ਘਰ 'ਚ ਵਾਹਿਗੁਰੂ ਜੀ ਦੀ ਸਾਡੇ ਅਸੀਂ ਜੋ ਸਿੱਖਿਆ ਸੁਣਦੇ ਰਹਿੰਦੇ ਆ ਉਹਨਾਂ ਨੇ ਦਿੱਤੀ ਹੈ ਸਾਨੂੰ, ਬਸ ਬਚਪਨ ਤੋਂ ਹੀ ਸਾਨੂੰ ਸ਼ੌਕ। ਜਿਹੜੀ ਵੂਮਨ ਐਂਡ ਚਾਈਲਡ ਤੁਹਾਡੀ ਵੈਲਫੇਅਰ ਸੁਸਾਇਟੀ ਹੈ ਜੀ, ਇਹ ਤੁਸੀਂ ਕਦੋਂ ਰਜਿਸਟਰ ਕਰਾਈ ਤੇ ਕਿਵੇਂ ਲੱਗਿਆ ਕਿ ਨਹੀਂ ਸੰਸਥਾ ਵੀ ਹੋਣੀ ਚਾਹੀਦੀ ਹੈ, ਜਾਂ ਕਈ ਵਾਰ ਖੁੱਲੇ ਤੌਰ ਤੇ ਵੀ ਅਸੀਂ ਸੇਵਾ ਕਰ ਸਕਦੇ ਹਾਂ, ਪਰ ਇਹ ਸੰਸਥਾ ਰਜਿਸਟਰ ਕਰਾਉਣ ਦੀ ਸੰਸਥਾ ਦਾ ਨਾਮ ਕਿਵੇਂ ਤੁਹਾਡੇ ਮਨ ਚ ਆਇਆ ਵੀ ਇਦਾਂ ਕਰਨਾ ਚਾਹੀਦਾ? ਜੀ ਮੈਂ ਇਸ ਤਰ੍ਹਾਂ ਕੰਮ ਕਰ ਰਹੀ ਸੀ ਸਮਾਜ ਸੇਵਾ ਦਾ, ਤੇ ਕੁਝ ਲੋਕਾਂ ਮੇਰੇ ਨਾਲ ਜੁੜੇ, ਤੇ ਚੰਡੀਗੜ੍ਹ ਦੀ ਜਿਹੜੀ ਸੋਸ਼ਲ ਵੈਲਫੇਅਰ ਦੀ ਚੇਅਰਮੈਨ ਹੈ ਉਹਨਾਂ ਨੇ ਮੇਰਾ ਕੰਮ ਵੇਖਿਆ, ਫਿਰ ਉਹਨਾਂ ਨੂੰ ਮੈਨੂੰ ਗਾਈਡ ਕੀਤਾ ਕਿ ਤੁਸੀਂ ਸੰਸਥਾ ਬਣਾਓ, ਜੇ ਤੁਸੀਂ ਸੰਸਥਾ ਬਣਾਓਗੇ ਤਾਂ ਤੁਹਾਡੇ ਨਾਲ ਜ਼ਿਆਦਾ ਲੋਕੀ ਜੁੜਨਗੇ, ਤੇ ਤੁਸੀਂ ਜ਼ਿਆਦਾ ਲੋਕਾਂ ਦੀ ਹੈਲਪ ਕਰ ਸਕਦੇ ਹੋ ਜੀ। ਜਿਸ ਤਰ੍ਹਾਂ ਅਸੀਂ ਸੰਸਥਾ ਬਣਾ ਕੇ ਸਿਲਾਈ ਸੈਂਟਰ ਚਲਾ ਰਹੇ ਹਾਂ, ਫ੍ਰੀ ਬੱਚਿਆਂ ਨੂੰ ਫ੍ਰੀ ਪੜ੍ਹਾ ਰਹੇ ਹਾਂ, ਟਿਊਸ਼ਨ ਸੈਂਟਰ ਚਲਾ ਰਹੇ ਹਾਂ, ਬੱਚਿਆਂ ਲਈ ਇੰਗਲਿਸ਼ ਸਪੀਕਿੰਗ ਕੋਰਸ ਦਾ ਕੋਰਸ ਕਰਾ ਰਹੇ ਹਾਂ ਉਹਨਾਂ ਲਈ, ਤੇ ਸੰਸਥਾ ਨਾਲ ਮਤਲਬ ਮੈਨੂੰ ਕੰਮ ਕਰਨ ਦਾ ਬਹੁਤ ਵੱਡਾ ਇੱਕ ਪਲੇਟਫਾਰਮ ਮਿਲ ਗਿਆ। ਹਾਂਜੀ, ਇਸ ਤਰ੍ਹਾਂ ਕੱਲੇ ਕੰਮ ਕਰ ਰਹੀ ਸੀ ਤੇ ਜਿਹੜੇ ਲੋਕੀ ਸੰਸਥਾ ਨਾਲ ਮਿਲ ਗਏ, ਸਹਿਯੋਗ ਮਿਲ ਗਿਆ, ਕਿਉਂਕਿ ਫਿਰ ਫਾਈਨੈਂਸ਼ਲੀ ਵੀ ਬਹੁਤ ਵੱਡੀ ਇੱਕ ਪ੍ਰੋਬਲਮ ਰਹਿੰਦੀ ਹੈ ਜੇ ਅਸੀਂ ਕੱਲੇ ਕੰਮ ਕਰਦੇ ਹਾਂ, ਤਾਂ ਸੰਸਥਾ ਨਾਲ ਸਾਨੂੰ ਮਤਲਬ ਇੱਕ ਪਲੇਟਫਾਰਮ ਮਿਲ ਗਿਆ। ਜੀ ਜੀ, ਇਸੇ ਤਰ੍ਹਾਂ ਜਿਵੇਂ ਤੁਸੀਂ ਕਿਹਾ ਵੀ ਜਿਹੜਾ ਮਾਇਆ ਦਾ ਸਹਿਯੋਗ ਆ ਸੰਗਤ ਦੇ ਵੱਲੋਂ ਹੀ ਹੁੰਦਾ, ਕਿਉਂਕਿ ਇਹ ਸੰਗਤ ਦੇ ਉੱਪਰ ਹੀ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਲੋਕਾਂ ਦੀ ਹੀ, ਜਿਵੇਂ ਕਹਿੰਦੇ ਲੋਕਾਂ ਦੀ ਮਾਇਆ ਲੋਕਾਂ ਦੇ ਉੱਪਰ ਹੀ ਅੱਗੇ ਜਿਹੜੀ ਲੱਗਦੀ ਹੈ। ਤੇ ਇੱਕ ਜਿਹੜਾ ਵਿਚਾਰ ਹੋਰ ਤੁਹਾਡੇ ਨਾਲ ਅਸੀਂ ਸਾਂਝਾ ਕਰਨਾ ਚਾਹਾਂਗੇ ਕਿ ਜਿਵੇਂ ਇੱਕ ਤਾਂ ਜਿਹੜਾ ਵਿਚਾਰ ਅਸੀਂ ਕਰ ਲਿਆ, ਦੂਸਰਾ ਕਿ ਆਪਣੇ ਕੰਮ ਤੇ ਜਿਹੜੀ ਅਸੀਂ ਹਮੇਸ਼ਾ ਧਿਆਨ ਸਾਨੂੰ ਰੱਖਣਾ ਚਾਹੀਦਾ ਹੈ, ਤੇ ਇਨਸਾਨੀਅਤ ਅਤੇ ਦਇਆ ਕਹਿੰਦੇ ਨੇ ਕਿ ਮਨੁੱਖ ਦੇ ਦੋ ਵੱਡੇ ਬਹੁਤ ਗੁਣ ਨੇ, ਕਿ ਜਿਹੜੀ ਮਨੁੱਖ ਧਰਮੀ ਹੋਵੇਗਾ, ਜਿਹੜਾ ਮਨੁੱਖ ਦੇ ਅੰਦਰ ਧਰਮ ਦਾ ਵਾਸਾ ਹੋਵੇਗਾ, ਧਰਮ ਵਿੱਚ ਦੋ ਵੱਡੇ ਗੁਣ ਨੇ ਕਿ ਕੋਈ ਵੀ ਧਰਮ ਹੋਵੇ, ਦੁਨੀਆ ਦਾ ਕੋਈ ਵੀ ਧਰਮ ਹੋਵੇ, ਉਹਦੇ ਵਿੱਚ ਇਹ ਦੋ, ਹਰ ਇੱਕ, ਜੇਕਰ ਕਿਸੇ ਨੂੰ ਵੇਖਣਾ ਹੋਵੇ ਅਸੀਂ ਕਿ ਬੰਦਾ ਧਰਮੀ ਹੈ ਜਾਂ ਅਧਰਮੀ ਹੈ, ਜਿਹੜਾ ਧਰਮੀ ਹੋਵੇਗਾ ਉਹਦੇ ਵਿੱਚ ਦਇਆ ਅਤੇ ਇਨਸਾਨੀਅਤ ਕੁੱਟ-ਕੁੱਟ ਕੇ ਭਰੀ ਹੋਵੇਗੀ,
ਤੇ ਤੁਸੀਂ ਇਸ ਦੇ ਉੱਪਰ ਕੀ ਕਹਿਣਾ ਚਾਹੋਗੇ ਕਿ ਦਇਆ ਤੇ ਜਿਹੜਾ ਇਨਸਾਨੀਅਤ ਆ ਇਹਨਾਂ ਗੁਣਾਂ ਨੂੰ ਅਸੀਂ ਕਿਵੇਂ ਕਿਉਂਕਿ ਹਰ ਇੱਕ ਮਨੁੱਖ ਦੇ ਵਿੱਚ ਗੁਣ ਵੀ ਹੁੰਦੇ ਨੇ ਔਗਣ ਵੀ ਹੁੰਦੇ ਨੇ, ਕਿਸੇ 'ਚ ਕੋਈ ਗੁਣ ਘੱਟ ਹੁੰਦਾ ਕੋਈ ਵੱਧ ਹੁੰਦਾ। ਜਿਹੜਾ ਇਨਸਾਨੀਅਤ ਤੇ ਦਇਆ ਦਾ ਗੁਣ ਹੈ ਇਸ ਤੋਂ ਬਿਨਾਂ ਅਸੀਂ ਸਮਾਜ ਸੇਵਾ ਸੋਚ ਵੀ ਨਹੀਂ ਸਕਦੇ, ਨਹੀਂ ਕਰ ਸਕਦੇ। ਤੇ ਜਿਹੜੇ ਲੋਕ ਘੱਟ ਇਸ ਵੱਲ ਚੱਲਦੇ ਨੇ, ਕਈਆਂ ਦਾ ਆਪਣੀ ਨਿੱਜੀ ਜੀਵਨ ਤੱਕ ਹੀ ਜੀਵਨ ਜਾਂ ਆਪਣੇ ਪਰਿਵਾਰ ਤੱਕ ਹੀ ਸੀਮਿਤ ਹੁੰਦੇ ਨੇ, ਉਹ ਅੱਗੇ ਸੋਚ ਹੀ ਨਹੀਂ ਪਾਉਂਦੇ ਹੈਗੇ, ਉਹ ਸਿਰਫ ਆਪਣੇ ਸ਼ੌਂਕ ਪੂਰਾ ਕਰ ਦਿੰਦੇ ਹੋ। ਉਹ ਉਹਨਾਂ ਦੇ ਸਾਹਮਣੇ ਚਾਹੇ ਕੋਈ ਕਿੰਨਾ ਮਰਜ਼ੀ ਤੜਫਦਾ ਹੋਵੇ, ਕਿੰਨਾ ਮਰਜ਼ੀ ਕੋਈ ਬਿਮਾਰ ਪਿਆ ਹੋਵੇ, ਉਹਨੂੰ ਇਲਾਜ ਦੀ ਲੋੜ ਹੈ, ਉਹ ਵੀ ਨਹੀਂ ਲੋਕ ਸੋਚ ਪਾਉਂਦੇ। ਤੇ ਉਹਨਾਂ ਦੀ ਬਿਰਤੀ ਪੱਥਰ ਆ, ਉਹਨਾਂ ਮਨ ਜਿਹੜਾ ਪੱਥਰ ਵਰਗਾ ਹੋ ਜਾਂਦਾ ਹੈ। ਉਸ ਤੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਆਈ ਕਵਾਂਗੀ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸਾਹਮਣੇ ਭਾਵੇਂ ਕੋਈ ਬਿਮਾਰ ਵੀ ਪਿਆ ਹੋਵੇ ਤਾਂ ਵੀ ਲੋਕੀ ਹੈਲਪ ਨਹੀਂ ਕਰਦੇ, ਤੁਸੀਂ ਸਹੀ ਕਹਿ ਰਹੇ ਹੋ ਜੀ। ਤਾਂ ਮੈਂ ਕਹਿੰਦੀ ਹਾਂ ਕਿ ਇੱਕ ਤਾਂ ਉੱਪਰ ਵਾਲੀ ਦੀ ਮਿਹਰ ਹੋਣੀ ਚਾਹੀਦੀ ਹੈ ਜੀ। ਜੇ ਉਹਨੇ ਤੁਹਾਡੇ ਵਿੱਚ ਉਹ ਗੁਣ ਦਿੱਤਾ ਹੈ ਤਾਂ ਭਾਵੇਂ ਜਿਹੜੀ ਮਰਜ਼ੀ ਪਰੇਸ਼ਾਨੀ ਆਏ ਤੁਸੀਂ ਤਾਂ ਵੀ ਉਹ ਕੰਮ ਕਰੋਗੇ ਜੀ। ਭਾਵੇਂ ਤੁਹਾਡੇ ਨਾਲ ਕੋਈ ਖੜਾ ਹੈ ਨਹੀਂ ਖੜਾ, ਫਿਰ ਵੀ ਤੁਸੀਂ ਹਾਂ ਪਰਮਾਤਮਾ ਜੇ ਤੁਹਾਡੇ ਨਾਲ ਹੈ ਉਹ ਤੁਹਾਨੂੰ ਆਪੇ ਰਸਤੇ ਬਣਾਉਂਦਾ ਜਾਏਗਾ ਜੀ। ਤੇ ਬਾਕੀ ਮੈਂ ਕਹਿੰਦੀ ਆ ਵੀ ਇਨਸਾਨੀਅਤ ਸਾਰਿਆਂ ਨੂੰ ਰੱਖਣੀ ਚਾਹੀਦੀ ਆਪਣੇ ਅੱਜ, ਕਿ ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਵੀ ਕਿਹਾ ਵੀ ਤੁਸੀਂ ਆਪਣਾ ਪਰਿਵਾਰ ਵੀ ਵੇਖਣਾ ਜ਼ਰੂਰੀ ਹੈ, ਲੇਕਿਨ ਸਮਾਜ ਲਈ ਵੀ ਤੁਸੀਂ ਕੁਝ ਨਾ ਕੁਝ ਆਪਣਾ ਯੋਗਦਾਨ ਦਿੰਦੇ ਰਹੋ। ਸਮਾਂ ਕੱਢਣਾ ਚਾਹੀਦਾ ਹੈ, ਸਮਾਂ ਕੱਢਣਾ ਚਾਹੀਦਾ ਹੈ, ਭਾਵੇਂ ਤੁਸੀਂ ਥੋੜਾ ਕੱਢੋ ਲੇਕਿਨ ਜ਼ਰੂਰ ਸਮਾਂ ਜ਼ਰੂਰ ਕੱਢੋ। ਤਾਂ ਮੈਂ ਤਾਂ ਇਹ ਕਹਾਂਗੀ ਕਿ ਗੁਰੂ ਜੀ ਜਿਹੜੇ ਆ ਸਾਡੇ, ਉਹ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਮਿਹਰ ਰੱਖਣ ਉਹਨਾਂ ਦੇ ਉੱਤੇ ਵੀ, ਕਿ ਉਹ ਵੀ ਸਮਾਜ ਸੇਵਾ ਲਈ ਅੱਗੇ ਆਣ ਜੀ। ਤੇ ਔਰਤਾਂ ਲਈ ਤੁਸੀਂ ਖਾਸ ਕੀ ਕਰ ਰਹੇ ਹੋ ਅੱਜ ਕੱਲ? ਫਿਰ ਜੀ ਔਰਤਾਂ ਲਈ ਤਾਂ ਜਿਸ ਤਰ੍ਹਾਂ ਅਸੀਂ ਪਿਛਲੇ ਮੇਰੀ ਐਨਜੀਓ ਨੂੰ ਰਜਿਸਟਰਡ ਹੋਏ 5 ਸਾਲ ਹੋ ਚੁੱਕੇ ਨੇ ਜੀ, ਤੇ ਅਸੀਂ ਚੰਡੀਗੜ੍ਹ ਵਿੱਚ ਕਰਾਈ ਹੋਈ ਹੈ, ਤੇ ਅਸੀਂ ਇੱਕ ਬੜੈਲ ਗਾਉਂ ਵਿੱਚ ਸਿਲਾਈ ਸੈਂਟਰ ਚਲਾ ਰਹੇ ਹਾਂ ਫ੍ਰੀ ਦਾ, ਤੇ ਇੱਕ ਜਗਤਪੁਰ ਵਿੱਚ ਚਲਾ ਰਹੇ ਹਾਂ ਪੰਜਾਬ ਵਿੱਚ ਜੀ। ਤੇ ਅਸੀਂ ਫ੍ਰੀ ਸਿਲਾਈ ਸਿਖਾਉਂਦੇ ਹਾਂ, ਆਪਣੇ ਤਰਫੋਂ ਸੰਸਥਾ ਦੀ ਤਰਫੋਂ ਅਸੀਂ ਕੱਪੜਾ ਵੀ ਦਿੰਦੇ ਹਾਂ, ਉਹਨਾਂ ਨੂੰ ਫ੍ਰੀ ਕੱਪੜਾ ਦਿੰਦੇ ਹਾਂ, ਸੂਈ ਧਾਗਾ ਹਰ ਚੀਜ਼ ਸਾਡੇ ਤੋਂ ਉਹਨਾਂ ਨੂੰ ਅਵੇਲੇਬਲ ਕਰਾਈ ਜਾਂਦੀ ਹੈ। ਤੇ ਉਹਦੇ ਬਾਅਦ 1 ਸਾਲ ਦਾ ਜਾਂ 6 ਮਹੀਨੇ ਦਾ ਕੋਰਸ ਹੁੰਦਾ ਹੈ ਜੀ। ਤੇ ਉਹਦੇ ਬਾਅਦ ਉਹਨਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਜਿਹੜੀਆਂ ਸਿੱਖ ਕੇ ਜਾਂਦੀਆਂ ਨੇ, ਫਰਸਟ ਸੈਕਿੰਡ ਥਰਡ ਆਉਂਦੀਆਂ ਨੇ, ਔਰ ਜਿਹੜੀਆਂ ਜ਼ਿਆਦਾ ਜ਼ਰੂਰਤਮੰਦ ਹੈ ਜਿਹੜਾ ਆਪਣਾ ਕੰਮ ਅੱਗੇ ਕਰਨਾ ਚਾਹੁੰਦੀਆਂ ਜਾਂ ਬੁਟੀਕ ਖੋਲਣਾ ਚਾਹੁੰਦੀਆਂ, ਤਾਂ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਕੰਮ ਕਰਨ ਵਾਸਤੇ ਸਿਲਾਈ ਮਸ਼ੀਨਾਂ ਦਿੰਦੇ ਹਾਂ। ਅਸੀਂ ਵੇਖਿਆ ਕਿ ਬਾਹਰ ਦੇ ਨਾਲੋਂ ਜੇਕਰ ਭਾਰਤ ਦੀ ਅਸੀਂ ਗੱਲ ਕਰੀਏ, ਖਾਸ ਕਰ ਭਾਰਤ ਦੇ ਵਿੱਚ ਜਿਹੜੀਆਂ ਔਰਤਾਂ ਜਿਹੜੀਆਂ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਨਾਲ ਔਰਤ ਤੇ ਬੱਚੇ ਹੁੰਦੇ ਨੇ, ਅਕਸਰ ਜਿਹੜੀ ਤਰਾਸਦੀ ਰਹਿੰਦੀ ਹੈ। ਜਿਵੇਂ ਪਰਿਵਾਰ ਦੇ ਵਿੱਚ ਕੋਈ ਪਿਓ ਦਿਹਾੜੀ ਕਰ ਰਿਹਾ ਤਾਂ ਅਸੀਂ ਵੇਖਦੇ ਹਾਂ ਕਿ ਬਹੁਤ ਹੀ ਘੱਟ ਚਾਂਸ ਹੁੰਦੇ ਨੇ ਕੋਈ ਉੱਚ ਪਦਵੀਆਂ ਦੇ ਉੱਪਰ ਉਹਨਾਂ ਦੇ ਜਿਹੜੇ ਬੱਚੇ ਪਹੁੰਚ ਸਕਦੇ ਨੇ, ਪਰ ਉਹੀ ਜਿਹੜਾ ਪਰਿਵਾਰ ਦਾ ਸਾਡਾ ਕਿੱਤਾ ਹੁੰਦਾ, ਉਹਨਾਂ ਦੇ ਪਿਓ ਦਿਹਾੜੀ ਕਰ ਰਿਹਾ ਤਾਂ ਬੱਚੇ ਵੀ ਅੱਗੇ ਦਿਹਾੜੀ ਕਰਦੇ ਹੁੰਦੇ ਨੇ। ਬਹੁਤ ਹੀ ਘੱਟ ਮਿਹਰ ਹੋਵੇ ਪ੍ਰਮਾਤਮਾ ਦੀ ਜਿਹੜਾ ਅੱਗੇ ਨਿਕਲ ਸਕਦੇ ਨੇ। ਇਸੇ ਤਰ੍ਹਾਂ ਔਰਤ ਜਿਹੜੀਆਂ ਬੱਚੀਆਂ ਹੁੰਦੀਆਂ ਨੇ, ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ, ਘੱਟ ਪੜ੍ਹਾਇਆ ਜਾਂਦਾ ਹੈ। ਤੁਸੀਂ ਇਹ ਸਮੱਸਿਆਵਾਂ ਨੂੰ ਕਿਵੇਂ ਵੇਖਦੇ ਹੋ ਕਿ ਹੁਣ ਜਿੱਥੇ ਅਸੀਂ 21ਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ, ਤੁਹਾਨੂੰ ਲੱਗ ਰਿਹਾ ਹੈ ਕਿ 21ਵੀਂ ਸਦੀ ਦਾ ਮੁਕਾਬਲਾ ਜਿਹੜੇ ਆਰਥਿਕ ਤੌਰ ਤੇ ਗਰੀਬ ਲੋਕ ਹੁੰਦੇ ਨੇ, ਬਹੁਤ ਜਿਨ੍ਹਾਂ ਨੂੰ 2 ਟਾਈਮ ਦੀ ਰੋਟੀ ਵੀ ਬੜੀ ਮੁਸ਼ਕਲ ਦੇ ਨਾਲ ਜੁੜਦੀ ਹੈ, ਉਹ ਲੋਕ ਕੀ 21ਵੀਂ ਸਦੀ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ, ਜਾਂ ਫਿਰ ਉਹਨਾਂ ਦੀ ਇੱਕ ਆਪਣੀ ਹੀ ਜ਼ਿੰਦਗੀ ਹੈ ਤੇ ਆਪਣੇ ਹੀ ਉਹ ਜਿਹੜੇ ਪੁਰਾਣੇ ਸਦੀਆਂ ਵਾਲੇ ਰਿਵਾਜ ਸੀ ਉਹੀ ਚੱਲਦੇ ਆ ਰਹੇ ਨੇ? ਮੈਂ ਤਾਂ ਇਹ ਕਹਾਂਗੀ ਵੀ ਉਹ ਚੱਲਦੇ ਨੇ ਜੇ ਅਸੀਂ ਜਿਸ ਤਰ੍ਹਾਂ ਮੈਂ ਆਪਣੀ ਸੰਸਥਾ ਤੋਂ ਕਰਦੀ ਹਾਂ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡਾ ਵੀ ਸੰਗਤ ਟਰਸਟ ਹੈ ਜੀ, ਤਾਂ ਜੇ ਇਸ ਤਰ੍ਹਾਂ ਦੇ ਸਾਡੇ ਵਰਗੇ ਔਰ ਸੰਗਤ ਟਰਸਟ ਜਿਸ ਤਰ੍ਹਾਂ ਕੰਮ ਕਰਦੀ ਪਈ ਹੈ ਯੂਕੇ ਚ, ਤੁਸੀਂ ਕਹਿ ਰਹੇ ਸੀ, ਤੇ ਜੇ ਚੰਗੇ ਜਿਹੜੇ ਭਲੇ ਦਾ ਕੰਮ ਕਰ ਰਹੇ ਨੇ, ਜੇ ਉਹ ਲੋਕੀ ਉਹਨਾਂ ਕੋਲ ਜਾਣ ਤੇ ਉਹਨਾਂ ਨੂੰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਸਮਝਾਣ, ਤੇ ਉਹਨਾਂ ਦਾ ਮਾਈਂਡ ਵਿੱਚ ਕਾਉਂਸਲਿੰਗ ਕਰਨ ਉਹਨਾਂ ਦੀ ਵੀ ਕਿਸ ਤਰ੍ਹਾਂ ਤੁਸੀਂ ਆਪਣੇ ਜੀਵਨ ਨੂੰ ਸਹੀ ਰਾਹ ਤੇ ਲਾ ਸਕਦੇ ਹੋ, ਅੱਗੇ ਵੱਧ ਸਕਦੇ ਹੋ, ਤਾਂ ਉਹਨਾਂ ਤੇ ਨੀਤੀਆਂ ਉਹਨਾਂ ਤੇ ਪਹੁੰਚਾਣ ਸਰਕਾਰ ਦੀ। ਕਾਉਂਸਲਿੰਗ ਕਰਨੇ ਵਾਲੀ ਵੱਡੀ ਸਮੱਸਿਆ ਹੁੰਦੀ ਹੈ ਕਿ ਕਾਉਂਸਲਿੰਗ ਤੇ ਆਰਥਿਕ ਸਹਾਇਤਾ ਕਰਨੇ ਵਾਲੇ ਮੇਨ ਹੁੰਦਾ ਕਿ ਇੱਕ ਤਾਂ ਉਹ ਸ਼ਿਕਸ਼ਿਤ ਹੋਣ ਜੀ, ਐਜੂਕੇਸ਼ਨ ਵਿੱਚ, ਤੇ ਇੱਕ ਹੁੰਦਾ ਕਿ ਉਹਨਾਂ ਨੂੰ ਕੋਈ ਸਹਾਰਾ ਦੇਣ ਵਾਲਾ ਹੋਏ, ਜੇ ਉਹਨਾਂ ਨੂੰ ਮੋਟੀਵੇਟ ਕਰਨ ਵਾਲਾ ਹੋਏ। ਤਾਂ ਮੈਂ ਸੋਚਦੀ ਹਾਂ ਵੀ ਬੜੇ ਸਾਰੇ ਲੋਕੀ ਹੁਣ ਅੱਗੇ ਮੋਢੇ ਤੋਂ ਮੋਢੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਚੱਲਦੇ ਪਏ ਨੇ 21, ਤੇ ਬੜਾ ਬਦਲਾਵ ਆ ਰਿਹਾ ਸਮਾਜ ਵਿੱਚ। ਤੇ ਜੇਕਰ ਗੱਲ ਕੀਤੀ ਦੇ ਹਿੱਸਿਆਂ ਦੇ ਵਿੱਚ ਬ੍ਰਾਂਚਾਂ ਉਹ ਵੀ ਗਰੀਬ ਬੱਚਿਆਂ ਨੂੰ ਕਰਦੇ, ਤੇ ਜੇਕਰ ਗੱਲ ਕੀਤੀ ਜਾਵੇ ਸਰਕਾਰਾਂ ਦੀ, ਉਹ ਵੀ ਆਪਣੇ ਤੌਰ ਤੇ ਸਹਾਇਤਾ ਕਰਦੇ ਨੇ, ਪਰ ਕਾਉਂਸਲਿੰਗ ਦੀ ਬੜੀ ਜਿਹੜੀ ਘਾਟ ਰਹਿੰਦੀ ਆ। ਤੁਸੀਂ ਕੋਈ ਅਜਿਹਾ ਕਿੱਸਾ ਸੁਣਾ ਸਕਦੇ ਹੋ ਕਿ ਤੁਹਾਨੂੰ ਜਿੱਥੇ ਲੱਗਿਆ ਕਿ ਕਾਉਂਸਲਿੰਗ ਕਰਦੇ ਹੋਏ ਬਹੁਤ ਹੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ, ਜਾਂ ਅਕਸਰ ਹੀ ਲੋਕ ਸਮਝ ਲੈਂਦੇ ਨੇ? ਕਿਉਂਕਿ ਅਸੀਂ ਵੇਖਿਆ ਜਿਹੜਾ ਖਾਸ ਕਰ ਮਰਦ ਪ੍ਰਧਾਨ ਸਮਾਜ ਹੈ
ਉਹ ਨਹੀਂ ਚਾਹੁੰਦਾ ਕਿ ਉਹਨਾਂ ਦੀ ਵਾਈਫ ਜਾਂ ਉਹਨਾਂ ਦੇ ਬੱਚੇ ਬੱਚੀਆਂ ਉਹਨਾਂ ਦੇ ਕਹਿਣੇ ਤੋਂ, ਕਿਉਂਕਿ ਇਹ ਇੱਕ ਤਰ੍ਹਾਂ ਦਾ ਫੌਨੀ ਜਿਹੜੀ ਇੱਕ ਤਰ੍ਹਾਂ ਦੀ ਮਾਨਸਿਕਤਾ ਹੈ ਉਹ ਜਿਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਉਹਨੂੰ ਤੋੜਨਾ ਬੜਾ ਮੁਸ਼ਕਲ ਹੋ ਜਾਂਦਾ। ਬਲਕਿ ਹੈਗਾ ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆ, ਕਿਉਂਕਿ ਜੇ ਸਾਰੇ ਧਰਮਾਂ 'ਚ ਦੇਖਿਆ ਜਾਵੇ ਸਿੱਖ ਧਰਮ ਦੇ ਵਿੱਚ ਔਰਤ ਤੇ ਪੁਰਸ਼ ਨੂੰ ਬਰਾਬਰਤਾ ਦਾ ਜਿਹੜਾ ਅਧਿਕਾਰ ਹੁੰਦਾ, ਪਰ ਖਾਸ ਕਰ ਭਾਰਤ ਦੇ ਵਿੱਚ ਅਜਿਹੀ ਮਾਨਸਿਕਤਾ ਬਣ ਗਈ ਕਿ ਨਹੀਂ ਜੀ, ਪਰਿਵਾਰ ਦਾ ਜਿਹੜਾ ਮੁਖੀ ਹੈ ਜਾਂ ਜਿਹੜਾ ਮਰਦ ਪ੍ਰਧਾਨ ਸਮਾਜ ਆ ਉਹ ਨਹੀਂ ਚਾਹੁੰਦਾ ਕਿ ਖਾਸ ਕਰ ਆਰਥਿਕ ਤੌਰ ਤੇ ਜਿਹੜੇ ਗਰੀਬ ਹੁੰਦੇ ਨੇ ਲੋਕ, ਕਿਉਂਕਿ ਉਹਦੇ ਵਿੱਚ ਅਸੀਂ ਦੇਖਿਆ ਜਿਵੇਂ ਪਹਿਲਾਂ ਗੱਲ ਕੀਤੀ ਸੀ ਜਿਹੜਾ ਸਾਡਾ ਲੋਕ ਦਿਖਾਵਾ ਹੈ, ਕਿਉਂਕਿ ਜਦੋਂ ਕੋਈ ਦੂਸਰਾ ਤਾਨਾ ਮੇਣਾ ਮਾਰ ਦਿੰਦਾ ਇੰਨੇ ਦੇ ਵਿੱਚ ਹੀ ਉਹ ਮਨੁੱਖ ਪ੍ਰਭਾਵਿਤ ਹੋ ਕੇ ਆਪਣੇ ਹੀ ਪਰਿਵਾਰ ਦੇ ਉੱਪਰ ਸ਼ੋਸ਼ਣ ਵੀ ਕਰਨ ਲੱਗ ਜਾਂਦਾ ਹੈ। ਤੇ ਇਹ ਤੁਹਾਨੂੰ ਕਦੇ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਜੀ? ਹਾਂ, ਸਾਹਮਣਾ ਤਾਂ ਕਰਨਾ ਪਿਆ। ਐਕਚੁਅਲੀ ਸ਼ੁਰੂ ਚ ਕੀ ਸੀ, ਮੈਂ ਆਪਣੇ ਘਰ ਦੇ ਕੋਲ ਇੱਕ ਧਨਵੰਤਰੀ ਹਸਪੀਟਲ ਨੇ, ਮੈਂ ਦੱਸਦੀ ਹਾਂ, ਉੱਥੇ ਨਾ ਮਜ਼ਦੂਰ ਕੰਮ ਕਰਦੇ ਨੇ ਜੀ। ਤੇ ਜੇ ਉਹ ਮਜ਼ਦੂਰਾਂ ਦੀ ਜਿਹੜੀ ਫੈਮਿਲੀ ਆ, ਉਹਨਾਂ ਦੇ ਬੱਚੇ ਆ, ਉੱਥੇ ਘੱਟੋ ਘੱਟ 15 ਪਰਿਵਾਰ ਰਹਿੰਦੇ ਸੀ। ਉਹਨਾਂ ਦੇ ਬੱਚੇ ਸਕੂਲ ਹੀ ਨਹੀਂ ਜਾਂਦੇ, ਮਾਪਿਓ ਕੰਮ ਤੇ ਚਲੇ ਜਾਂਦੇ ਨੇ ਮਜ਼ਦੂਰ, ਤੇ ਬੱਚੇ ਹੋ ਗਏ ਨੇ 15-15 ਸਾਲ ਦੇ, 14 ਸਾਲ ਦੇ, 12 ਸਾਲ ਦੇ, 10-10 ਸਾਲ ਦੇ ਬੱਚੇ ਸਕੂਲ ਹੀ ਨਹੀਂ ਗਏ, ਅੱਜ ਤੱਕ ਦੇ ਸਕੂਲ ਹੀ ਨਹੀਂ ਗਏ ਹੋਏ। ਤਾਂ ਉਹ ਖੁਦ ਵੀ ਅਨਪੜ੍ਹ ਨੇ ਮਾਪਿਓ, ਉਹ ਤਾਂ ਚਲੋ ਮਜ਼ਦੂਰੀ ਕਰਦੇ ਪਏ ਨੇ, ਲੇਕਿਨ ਉਹਨਾਂ ਨੂੰ ਜਿਹੜੇ ਉਹਨਾਂ ਦੇ ਬੱਚੇ ਆ ਉਹ ਸ਼ਹਿਰ ਵਿੱਚ ਰਹਿੰਦੇ ਹੋਏ ਵੀ ਬੱਚੇ ਸਕੂਲ ਹੀ ਨਹੀਂ ਜਾਂਦੇ। ਔਰ 1 ਕਿਲੋਮੀਟਰ ਦਾ ਵੀ ਮੈਂ ਕਿਹਾ ਰਸਤਾ ਨਹੀਂ, ਅੱਧਾ ਕਿਲੋਮੀਟਰ ਦਾ ਸਕੂਲ ਉਹਨਾਂ ਦੇ ਘਰੋਂ ਵੀ। ਤੇ ਫਿਰ ਮੈਂ ਉਹਨਾਂ ਦੇ ਘੱਟੋ ਘੱਟ ਮਹੀਨਾ 2 ਮਹੀਨਾ ਮੈਂ ਉਹਨਾਂ ਨੂੰ ਰੋਜ਼ ਜਾ ਕੇ ਕਾਉਂਸਲਿੰਗ ਕਰਦੀ ਰਹੀ, ਉਹਨਾਂ ਦੇ ਮਾਪਿਓ ਦੀ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਿਹੜਾ ਮਰਦ ਪ੍ਰਧਾਨ ਹੁੰਦਾ ਹੈ ਸਮਾਜ, ਤੇ ਘਰ ਚ ਵੀ ਮਰਦ ਆਪਣੀ ਚਲਾਉਂਦੇ ਨੇ, ਫਿਰ ਉਹਨਾਂ ਨਾਲ ਜਾ ਕੇ ਮੈਂ ਉਹਨਾਂ ਨਾਲ ਜਿਸ ਤਰ੍ਹਾਂ ਇੱਕ ਪਰਿਵਾਰ ਬਣ ਕੇ ਨਾ ਉਹਨਾਂ ਦੀ ਕਾਉਂਸਲਿੰਗ ਕਰਦੀ ਹਾਂ। ਮੈਂ ਇੱਕ ਬਾਹਰ ਵਾਲੀ ਨਾ ਬਣ ਕੇ ਉਹਨਾਂ ਦੀ ਘਰ ਵਾਲੀ, ਮਤਲਬ ਇੱਕ ਘਰ ਦਾ, ਹਾਂ, ਇੱਕ ਘਰ ਦਾ ਮੈਂਬਰ ਬਣ ਕੇ ਮੈਂ ਉਹਨਾਂ ਦੀ ਕਾਉਂਸਲਿੰਗ ਕੀਤੀ ਹੈ। ਤਾਂ ਬੜੇ ਸਾਰੇ ਬੱਚਿਆਂ ਨੂੰ ਫਿਰ ਮੈਂ ਸਕੂਲ ਵਿੱਚ ਐਡਮਿਸ਼ਨ ਕਰਾਇਆ, ਉਹਨਾਂ ਦੇ ਆਧਾਰ ਕਾਰਡ ਬਣਵਾਏ। ਤੇ ਇੱਕ ਕੁੜੀ ਸੀ ਜਿਹੜੀ ਕਿ ਘੱਟੋ ਘੱਟ 12-13 ਸਾਲ ਦੀ ਸੀ, ਉਹ ਅੱਜ ਤੱਕ ਸਕੂਲ ਹੀ ਨਹੀਂ ਗਈ ਸੀ, ਤੇ ਉਹਦੇ ਪਾਪਾ ਨੇ 2 ਵਿਆਹ ਵੀ ਕੀਤੇ ਹੋਏ ਸੀ, ਤੇ ਘਰ ਚ ਡੋਮੈਸਟਿਕ ਵਾਇਲੈਂਸ ਵੀ ਸੀ, ਬੜੇ ਦੁਖੀ ਸੀ। ਉਹਦਾ ਪਾਪਾ ਸ਼ਰਾਬ ਪੀਂਦਾ ਸੀ, ਮਜ਼ਦੂਰੀ ਵੀ ਕਦੇ ਕਰਦਾ ਸੀ ਕਦੇ ਨਹੀਂ ਕਰਦਾ ਸੀ, ਉਹਦੀ ਮੰਮੀ ਆਪੇ ਹੀ ਮਜ਼ਦੂਰੀ ਕਰਕੇ ਉਹਨਾਂ ਦਾ ਪੇਟ ਭਰ ਰਹੀ ਸੀ। ਫਿਰ ਮੈਂ ਉਹਨਾਂ ਨੂੰ ਕਾਉਂਸਲਿੰਗ ਕੀਤੀ, ਵਿਸ਼ਵਾਸ ਦਿਲਾਇਆ, ਸੇਫਟੀ ਦਾ, ਸਿਕਿਉਰਿਟੀ ਦਾ ਉਹਨਾਂ ਨੂੰ ਵਿਸ਼ਵਾਸ ਦਿਲਾਇਆ ਵੀ ਮੈਂ ਤੁਹਾਡੇ ਨਾਲ ਖੜੀ ਹਾਂ, ਤੁਸੀਂ ਆਪਣੀ ਕੁੜੀ ਨੂੰ ਸਕੂਲ ਭੇਜੋ। ਤੇ ਕੁੜੀ ਪੜ੍ਹਨਾ ਵੀ ਚਾਹੁੰਦੀ ਸੀ। ਫਿਰ ਧੀਰੇ ਉਹ ਕੁੜੀ ਫਿਰ ਕਾਉਂਸਲਿੰਗ ਕਰਕੇ ਫਿਰ ਉਹਨੂੰ ਐਡਮਿਸ਼ਨ ਕਰਵਾਇਆ, ਉਹਦੇ ਆਧਾਰ ਕਾਰਡ ਬਣਵਾਏ। ਹੁਣ ਉਹ ਬੜੀ ਖੁਸ਼ ਹੈ ਕੁੜੀ, ਤੇ ਸਕੂਲ ਜਾ ਰਹੀ ਹੈ। ਨਹੀਂ ਤਾਂ ਉਹਦੇ ਮਾਪਿਓ ਤਾਂ ਉਹਦਾ ਵਿਆਹ ਦਾ ਸੋਚ ਰਹੇ ਸੀ। ਤੇ ਫਿਰ ਮੈਨੂੰ ਹੋਰ ਹੌਸਲਾ ਮਿਲਿਆ। ਇਸ ਤਰ੍ਹਾਂ ਦੇ ਮਤਲਬ ਕਿੰਨੇ ਸਾਰੇ ਕੇਸ ਆਉਂਦੇ ਨੇ, ਤੇ ਮੈਂ ਇੱਕ ਕੇਸ ਤੁਹਾਨੂੰ ਦੱਸਿਆ। ਤੇ ਫਿਰ ਬਸ ਫਿਰ ਹੁਣ ਜਦੋਂ ਉਹ ਕੁੜੀ ਸਕੂਲ ਜਾ ਰਹੀ ਹੈ ਹੁਣ ਤੇ ਬੜੀ ਖੁਸ਼ੀ ਹੁੰਦੀ। ਹੁਣ ਉਹ 8ਵੀਂ ਵੀ ਪੜ ਗਈ ਹੈ ਕੁੜੀ, ਜਿਹੜੀ ਅੱਜ ਤੱਕ ਸਕੂਲ ਨਹੀਂ ਗਈ ਸੀ। ਤੁਸੀਂ ਖੁਸ਼ੀ ਦੀ ਗੱਲ ਕੀਤੀ ਹੈ। ਜੇ ਇੱਥੇ ਜੇਕਰ ਗੱਲ ਕੀਤੀ ਜਾਵੇ, ਜਿਵੇਂ ਸਾਡੇ ਜਿਹੜੇ ਟਰਸਟੀ ਨੇ ਤੇ ਉਹ ਵੱਖ-ਵੱਖ ਤੌਰ ਤੇ ਸਹਿਯੋਗ ਦੇ ਰਹੇ ਨੇ, ਅੱਗੇ ਵਲੰਟੀਅਰ ਹੈ, ਤੁਹਾਡੇ ਵੀ ਵਲੰਟੀਅਰ ਹੋਣਗੇ, ਉਹ ਵਲੰਟੀਅਰ ਹੁੰਦੇ ਨੇ ਜਿਹੜਾ ਬਿਨਾਂ ਕਿਸੇ ਸਵਾਰਥ ਤੋਂ ਸੇਵਾ ਕਰਦੇ ਨੇ। ਤੇ ਉਹ ਮੈਂ ਚਾਹੁੰਦਾ ਕਿ ਇਹ ਜਿਹੜੀ ਖੁਸ਼ੀ ਹੁੰਦੀ ਆ, ਅਨੁਭਵ ਹੁੰਦਾ, ਸ਼ਬਦਾਂ ਦੇ ਵਿੱਚ ਬਿਆਨ ਕਰਨਾ ਤਾਂ ਬੜਾ ਮੁਸ਼ਕਿਲ ਹੁੰਦਾ। ਪਰ ਮੈਂ ਫਿਰ ਵੀ ਚਾਹਾਂਗਾ ਕਿ ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਇਹ ਐਵੇਂ ਹੀ ਕਮਲੇ ਤੁਰੇ ਫਿਰਦੇ ਨੇ, ਸਮਾਜ ਸੇਵਾ ਕਰੀ ਜਾਂਦੇ ਨੇ ਬਿਨਾਂ ਗੱਲ ਤੋਂ, ਕੋਈ ਇਹਦੇ ਚ ਲਾਭ ਨਹੀਂ ਹੈਗਾ, ਇਹਨਾਂ ਨੂੰ ਮਿਲਦਾ ਕੀ ਹੈ, ਤੇ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਾਂ ਕਿ ਮਿਲਦਾ ਤੇ ਸੰਤੁਸ਼ਟੀ ਮਿਲਦੀ ਹੈ ਆਤਮਾ ਨੂੰ। ਹਾਂਜੀ। ਤੇ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਪਹਿਲੇ ਵੀ ਦੱਸਿਆ ਕਿ ਉੱਪਰ ਵਾਲੇ ਦੀ ਮਿਹਰ ਹੋਣੀ ਚਾਹੀਦੀ ਹੈ, ਬਸ ਉਹਦੇ ਦੱਸੇ ਹੋਏ ਰਸਤੇ ਸੇ ਅਸੀਂ ਚੱਲਣਾ ਹੈ। ਉਹਦਾ ਹੁਕਮ ਹੈ, ਉਹ ਸਾਡੇ ਤੋਂ ਸੇਵਾ ਕਰਾ ਰਿਹਾ, ਅਸੀਂ ਕਰ ਰਹੇ ਹਾਂ। ਬਸ ਉੱਪਰ ਵਾਲੇ ਦਾ ਅਸੀਂ ਹੱਥ ਜੋੜ ਕੇ ਉਹਦੇ ਅੱਗੇ ਅਸੀਂ ਕੰਮ ਕਰਨਾ। ਅਸੀਂ ਲੋਕਾਂ ਨੂੰ ਦਿਖਾਣ ਨੂੰ ਨਹੀਂ ਕਰਨਾ ਵੀ ਲੋਕਾਂ ਨੂੰ ਦਿਖਾਣਾ ਅਸੀਂ ਉੱਪਰ ਵਾਲੇ ਵਾਸਤੇ ਕਰ ਰਹੇ ਹਾਂ ਜੀ। ਤਾਂ ਬਸ ਕਬੂਲ ਵੀ ਉਹੀ ਹੁੰਦਾ ਜਿਹਦੇ ਦਿਖਾਵਾ ਨਾ ਹੋਵੇ, ਤੇ ਦਿਲ ਤੋਂ ਕੰਮ ਕਰੋ ਤੇ ਉੱਪਰ ਵਾਲੇ ਦਾ ਨਾਂ ਲਓ, ਹੱਥ ਜੋੜ ਕੇ ਵੀ ਸਾਡਾ ਇੱਜ਼ਤ ਮਾਨ ਬਣਾ ਰਹੇ ਤੇ ਬਾਕੀ ਸਮਾਜ ਸੇਵਾ ਲਈ ਕੰਮ ਕਰਦੇ ਰਹੋ ਬਸ। ਜੇਕਰ ਹੈਲਥ ਦੀ ਗੱਲ ਕੀਤੀ ਜਾਵੇ, ਔਰਤ ਤੇ ਬੱਚਿਆਂ ਦਾ ਜਿਸ ਤਰ੍ਹਾਂ ਦਾ ਹੈਲਥ ਸਿਸਟਮ ਹੈ ਸਾਡੇ, ਕਿਉਂਕਿ ਅਧੂਰੀ ਜਾਣਕਾਰੀ ਰਹਿੰਦੀ ਆ ਭਾਰਤ ਦੇ ਵਿੱਚ ਚੰਗੀ ਤਰ੍ਹਾਂ। ਜਿਹੜੀ ਪਹਿਲਾਂ ਤਾਂ ਹੈਲਥ ਸਿਸਟਮ ਹੈ ਇੰਨਾ ਮਜ਼ਬੂਤ ਨਹੀਂ ਹੈਗਾ, ਅਸੀਂ ਕਿਉਂਕਿ ਕਰੋਨਾ ਦੇ ਵਿੱਚ ਦੇਖਿਆ ਕਿਸ ਤਰ੍ਹਾਂ ਸਿਸਟਮ ਜਿਹੜਾ ਸਾਡਾ ਕਲੈਪਸ ਹੋ ਗਿਆ ਸੀ। ਉਸ ਤਰ੍ਹਾਂ ਜੇਕਰ ਵੇਖਿਆ ਜਾਵੇ, ਪਾਪੂਲੇਸ਼ਨ ਵੀ ਬਹੁਤ ਜ਼ਿਆਦਾ ਭਾਰਤ ਦੀ, ਇਹਦੇ ਕਰਕੇ ਸਮੱਸਿਆਵਾਂ ਬੜੀਆਂ ਹੁੰਦੀਆਂ ਨੇ ਤੇ ਡਾਕਟਰ ਵੀ ਬੜੇ ਅਵੇਲੇਬਲ ਘੱਟ ਹੁੰਦੇ ਨੇ। ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਇੰਜੈਕਸ਼ਨ ਜਿਹੜੀ ਸਰਕਾਰ ਦੇ ਵੱਲੋਂ ਸਹੂਲਤਾਂ ਕਈ ਵਾਰ ਉਹ ਵੀ ਨਹੀਂ ਲੈ ਪਾਉਂਦੇ? ਇੱਕ ਤਾਂ ਉਹਦੇ 'ਚ ਅਸੀਂ ਵੇਖਿਆ ਕਿ ਜਿਹੜੀ ਤੁਸੀਂ ਸਿੱਖਿਆ ਦੀ ਗੱਲ ਕੀਤੀ ਹੈ, ਸਿੱਖਿਆ ਪੂਰੀ ਨਹੀਂ ਹੁੰਦੀ, ਉਹਦੇ ਕਰਕੇ ਵੀ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ, ਤੇ ਬਾਕੀ ਅੰਧ ਵਿਸ਼ਵਾਸ ਵੀ, ਜਿਹੜੇ ਵਹਿਮ ਭਰਮ ਵੀ ਜਿਹੜੇ ਉਹ ਉਸ ਤਬਕੇ ਦੇ ਵਿੱਚ ਜਿਹੜੇ ਮੌਜੂਦ ਰਹਿੰਦੇ ਨੇ।
ਤੇ ਸਿੱਖਿਆ ਦੇ ਨਾਲ ਜਿਹੜਾ ਤੁਸੀਂ ਅਸੀਂ ਸਿਹਤ ਦੀ ਗੱਲ ਕੀਤੀ ਜਾਵੇ, ਖਾਸ ਕਰ ਔਰਤਾਂ ਦੀ ਅਤੇ ਬੱਚਿਆਂ ਦੀ ਜਿਹੜੀ ਸਿਹਤ ਹੈ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖिए ਜੇ ਸਿਹਤ ਹੋਏਗੀ ਤਾਂ ਹੀ ਤਾਂ ਸਿੱਖਿਆ ਲਵਾਂਗੇ। ਹਾਂਜੀ, ਹੈਲਥ ਇਜ਼ ਵੈਲਥ। ਹਾਂਜੀ, ਹੈਲਥ ਇਜ਼ ਵੈਲਥ ਜਿਸ ਤਰ੍ਹਾਂ ਕਹਿੰਦੇ ਨੇ ਜੀ। ਤਾਂ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ ਕਿ ਸਿਹਤ ਬੜੀ ਜ਼ਰੂਰੀ ਹੈ। ਹਾਂਜੀ। ਤੇ ਬਾਕੀ ਹੈ ਕਿ ਉਹ ਲੋਕਾਂ ਅਸ਼ਿਕਸ਼ਿਤ ਹੁੰਦੇ ਨੇ ਤਾਂ ਅੰਧ ਵਿਸ਼ਵਾਸ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਨੇ। ਹਾਂਜੀ। ਤਾਂ ਇਸ ਕਰਕੇ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਨੂੰ। ਲੇਕਿਨ ਉਹੀ ਮੈਂ ਤੁਹਾਨੂੰ ਕਹਾਂ ਕਿ ਵੀ ਜਿਸ ਤਰ੍ਹਾਂ ਕਾਉਂਸਲਿੰਗ ਕਰੀਏ ਅਸੀਂ, ਹਾਂਜੀ, ਉਹਨਾਂ ਕੋਲ ਜਾਈਏ, ਕਰ ਜਾ ਕੇ ਕਾਉਂਸਲਿੰਗ ਕਰੀਏ ਤਾਂ ਵੋਲੰਟੀਅਰਸ ਜਿਸ ਤਰ੍ਹਾਂ ਸਰਕਾਰ ਦੀ ਨੀਤੀ ਸੰਸਥਾएं ਮਿਲकर ਤਾਂ ਹੀ ਕਾਉਂਸਲਿੰਗ ਇੱਕ ਸਾਰਿਆਂ ਤੋਂ ਅਵੇਅਰਨੈਸ ਇੱਕ ਵੱਡਾ ਇੱਕ ਹਥਿਆਰ ਹੈ। ਜਿਸ ਤਰ੍ਹਾਂ ਉਹਨਾਂ ਕੋਲ ਜਾ ਕੇ ਅਸੀਂ ਸਮਝਾਈਏ ਤਾਂ ਕਈ ਵਾਰ ਇਹ ਵੀ ਹੁੰਦਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ, ਜਿਵੇਂ ਚੰਡੀਗੜ੍ਹ ਦੀ ਜੇਕਰ ਗੱਲ ਕੀਤੀ ਜਾਵੇ, ਚੰਡੀਗੜ੍ਹ ਦੇ ਹਸਪਤਾਲ ਕਾਫੀ ਅਪਗ੍ਰੇਡ ਨੇ, ਪਰ ਭਾਰਤ ਦੇ ਕਈ ਵੱਖ-ਵੱਖ ਅਜਿਹੇ ਸੂਬੇ ਨੇ ਜਿੱਥੇ ਵਿੱਚ ਅਸੀਂ ਦੇਖਿਆ ਕਿ ਜਿਹੜੀ ਮੁੱਢਲੀ ਸਾਡੀ ਸਿਹਤ ਵਿਭਾਗ ਹੁੰਦਾ, ਮੁੱਢਲੇ ਤੌਰ ਤੇ ਉਹ ਇੰਨਾ ਕਾਬਲ ਨਹੀਂ ਹੁੰਦਾ। ਇਸ ਕਰਕੇ ਬਹੁਤ ਸਾਰੀਆਂ ਕੀਮਤੀ ਜਿਹੜੀਆਂ ਜਾਨਾਂ ਅਸੀਂ ਉਹ ਵੀ ਦੇਖਿਆ ਉਹ ਅਜਾਏ ਹੀ ਚਲੇ ਜਾਂਦੀਆਂ ਨੇ, ਚਾਹੇ ਸਾਡੀਆਂ ਮਾਵਾਂ ਦੇ ਹੋਣ ਚਾਹੇ ਬੱਚਿਆਂ ਦੀਆਂ ਹੋਣ, ਉਹਨਾਂ ਦੇ ਵਿੱਚ ਬੜੀਆਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ। ਤੇ ਇਸ ਵੇਲੇ ਫਿਰ ਉਹੀ ਜਿਹੜੇ ਲੋਕ ਹੁੰਦੇ ਨੇ ਜਿਹੜੇ ਸਮਾਜ ਦੀ ਭਲਾਈ ਚਾਹੁੰਦੇ ਨੇ, ਸਮਾਜ ਦੇ ਨਾਲ ਖੜਦੇ ਨੇ, ਉਹ ਲੋਕ ਆਰਥਿਕ ਤੌਰ ਤੇ ਵੀ ਜਿਹੜੀ ਸਹਾਇਤਾ ਕਰਦੇ ਨੇ ਤੇ ਅੱਗੇ ਜਿਹੜਾ ਲੈ ਕੇ ਜਾਂਦੇ ਨੇ। ਤੁਸੀਂ ਇਹਨਾਂ ਲੋਕਾਂ ਦੇ ਲਈ ਕੀ ਪੈਗਾਮ ਦੇਣਾ ਚਾਹੋਗੇ? ਕਿਉਂਕਿ ਜਿਵੇਂ ਤੁਹਾਨੂੰ ਖੁਸ਼ੀ ਹੁੰਦੀ ਹੈ, ਮਹਿਸੂਸ ਹੁੰਦਾ ਜਦੋਂ ਕੋਈ, ਜਿਵੇਂ ਸਾਨੂੰ ਕੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਉਹ ਮੈਟਰ ਨਹੀਂ ਕਰਦਾ ਕਿਸ ਖਿੱਤੇ ਦੇ ਨਾਲ ਸੰਬੰਧਿਤ ਨੇ, ਕਿਸ ਜਾਤ ਦੇ ਨਾਲ, ਕਿਸ ਧਰਮ ਦੇ ਨਾਲ ਸੰਬੰਧਿਤ ਨੇ, ਉਹ ਇੱਕ ਇਨਸਾਨੀਅਤ ਦੀ ਹਾਮੀ ਭਰ ਰਹੇ ਨੇ ਸਾਡੇ ਵਾਂਗ। ਤੁਸੀਂ ਉਹਨਾਂ ਲੋਕਾਂ ਦੇ ਲਈ ਕੀ ਪੈਗਾਮ ਦੇਣਾ ਚਾਹੋਗੇ? ਮੈਂ ਤਾਂ ਆਹੀ ਦਵਾਂਗੀ ਕਿ ਵੀ ਇਸ ਤਰ੍ਹਾਂ ਹੀ ਉਹ ਜਿਸ ਤਰ੍ਹਾਂ ਸਮਾਜ ਸੇਵਾ ਕਰ ਰਹੇ ਨੇ ਸਾਰੇ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਾਰੇ ਕਰਦੇ ਨੇ ਜੀ, ਤੇ ਬਸ ਇਸ ਤਰ੍ਹਾਂ ਹੀ ਕਰਦੇ ਰਹਿਣ। ਤੇ ਕਹਿੰਦੇ ਨੇ ਕਿ ਖੁਦ ਸੇ ਨਾ ਹਾਰੇ ਤਾਂ ਅਵश्य जीतेंगे ਜੀ। ਤੇ ਬਸ ਉੱਪਰ ਵਾਲੇ ਦਾ ਨਾਮ ਲੈਣ ਤੇ ਅੱਗੇ ਵਧਣ ਤੇ ਸਮਾਜ ਸੇਵਾ ਦੇ ਵੀ ਆਪਣੇ ਪਰਿਵਾਰ ਨੂੰ ਵੀ ਵੇਖਣ ਤੇ ਸਮਾਜ ਭਲਾਈ ਦਾ ਵੀ ਕੰਮ ਕਰਦੇ ਰਹਿਣ ਜੀ। ਤੇ ਜੇਕਰ ਗੱਲ ਕੀਤੀ ਜਾਵੇ ਇਸ ਸਮਾਜ ਦੇ ਵਿੱਚ ਜਿਉਣ ਦੇ ਲਈ ਸਿਹਤ ਦੇ ਨਾਲ ਸਿੱਖਿਆ ਦਾ ਬੜਾ ਹੋਣਾ ਜ਼ਰੂਰੀ ਹੈ, ਐਜੂਕੇਸ਼ਨ ਬੜੀ ਜ਼ਰੂਰੀ ਹੈ, ਤਾਂ ਹੀ ਜਿਹੜਾ ਅੱਗੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ ਤੇ ਸਮਾਜ ਦੇ ਵਿੱਚ ਜਿਹੜੀ ਤਰੱਕੀ ਹੁੰਦੀ ਹੈ ਉਸ ਦੇ ਅਸੀਂ ਜਿਹੜਾ ਕਦਮਾਂ ਤੇ ਚੱਲ ਸਕਾਂਗੇ। ਤੇ ਕਈ ਵਾਰ ਮਨੁੱਖ ਹੁੰਦਾ ਵੀ ਉਹਦਾ ਕੋਈ ਨਾ ਕੋਈ ਆਈਡੀਅਲ ਹੁੰਦਾ, ਕੋਈ ਜਿਸ ਤੋਂ ਪ੍ਰੇਰਨਾ ਦਾ ਸਰੋਤ ਮਿਲਦਾ ਹੈ। ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਬਚਪਨ ਤੋਂ ਲੈ ਕੇ ਅੱਗੇ ਜ਼ਿੰਦਗੀ ਦੇ ਵਿੱਚ ਪ੍ਰਵੇਸ਼ ਕੀਤਾ ਤਾਂ ਤੁਹਾਨੂੰ ਕੋਈ ਅਜਿਹੀਆਂ ਘਟਨਾਵਾਂ ਵੀ ਹੋਈਆਂ ਹੋਣਗੀਆਂ ਜਿਨ੍ਹਾਂ ਨੇ, ਜਿਵੇਂ ਤੁਸੀਂ ਕਿਹਾ ਕਿ ਇੱਕ ਤਾਂ ਸਾਨੂੰ ਪਰਿਵਾਰ ਦੇ ਵਿੱਚੋਂ ਹੀ ਸਾਨੂੰ ਮਿਲਦੀ ਹੈ ਸਾਡੀ ਸਿੱਖਿਆ ਨਾ, ਤੁਸੀਂ ਇਹ ਤੁਹਾਡੀ ਖੁਸ਼ਕਿਸਮਤੀ ਸੀ ਕਿ ਤੁਹਾਨੂੰ ਪਰਿਵਾਰ ਦੇ ਵਿੱਚ ਸਮਾਜ ਸੇਵਾ ਦਾ ਮੌਕਾ ਮਿਲਿਆ, ਪਰ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਬਤੀਤ ਕਰਦਿਆਂ ਕਈ ਵਾਰ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਕਿ ਜਿਹੜੀਆਂ ਦਿਲ ਦੇ ਉੱਪਰ ਬਹੁਤ ਵੱਡੀ ਡੂੰਗੀ ਛਾਪ ਛੱਡ ਜਾਂਦੀਆਂ ਨੇ। ਤੇ ਜਿਹੜੇ ਅਸੀਂ ਮਾਰਗ ਤੇ ਚੱਲਦੇ ਆਂ ਸਾਨੂੰ ਹੌਸਲਾ ਮਿਲਦਾ, ਸਾਨੂੰ ਦੁੱਗਣਾ ਤਰੀਕਾ ਜਿਹੜਾ ਦੁੱਗਣੀ ਮਿਹਨਤ ਕਰਕੇ ਅਸੀਂ ਇਹ ਕੰਮ ਨੂੰ ਕਰੀਏ, ਉਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ, ਕਈ ਵਾਰ ਅਜਿਹੀਆਂ ਘਟਨਾਵਾਂ ਵੀ ਹੁੰਦੀਆਂ, ਕੋਈ ਅਜਿਹੀ ਸ਼ਖਸੀਅਤ ਜਾਂ ਅਜਿਹੀ ਘਟਨਾ ਜਿਹਨੇ ਤੁਹਾਨੂੰ ਸਮਾਜ ਸੇਵਾ ਦੇ ਲਈ ਵੱਡਾ ਪ੍ਰੇਰਿਤ ਕੀਤਾ? ਮੇਰੀ ਜਿਹੜੀ ਮਾਪਿਓ ਦੇ ਇਲਾਵਾ ਜਿਹੜੀ ਮੇਰੀ ਮੋਟੀਵੇਸ਼ਨ ਰਹੀ ਉਹ ਤਾਂ ਕਿਰਨ ਬੇਦੀ ਮੈਮ ਜੀ ਰਹੇ ਨੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਸਾਡੇ ਦੇਸ਼ ਦੇ, ਭਾਰਤ ਦੇਸ਼ ਦੀ ਪਹਿਲੀ ਆਈਪੀਐਸ ਲੇਡੀ ਰਹੀ ਹੈ ਕਿਰਨ, ਸਿੱਖ ਪਰਿਵਾਰ ਚੋਂ ਹੀ ਆਉਂਦੇ ਨੇ। ਹਾਂਜੀ, ਕਿਰਨ ਬੇਦੀ ਮੈਮ ਰਹੇ ਨੇ ਜੀ। ਤੇ ਨਾਲੇ ਬਾਕੀ ਸਮਾਜ ਵਿੱਚ ਵੀ ਮੈਂ ਜਿਸ ਤਰ੍ਹਾਂ ਸ਼ਾਦੀशुदा ਨੇ ਤੇ ਸਮਾਜ ਵਿੱਚ ਮੈਂ ਦੇਖਿਆ ਵੀ ਔਰਤਾਂ ਲਈ, ਪੜ੍ਹੀ ਲਿਖੀ ਔਰਤਾਂ ਵੀ ਘਰ ਵਿੱਚ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੋ ਰਹੀਆਂ ਨੇ ਜੀ। ਔਰ ਪੜ੍ਹੀ ਲਿਖੀ ਨੇ, ਉਹ ਨੌਕਰੀ ਵੀ ਕਰਨਾ ਚਾਹੁੰਦੀ ਹੈ ਲੇਕਿਨ ਉਹਨਾਂ ਪਰਿਵਾਰ ਦੀ ਉਹਨਾਂ ਨੂੰ ਸਪੋਰਟ ਨਹੀਂ ਮਿਲ ਪਾਉਂਦੀ ਤੇ ਉਹਦੇ ਕਰਕੇ ਉਹ ਅੱਗੇ ਨਹੀਂ ਵੱਧ ਪਾਉਂਦੀਆਂ। ਹਾਂਜੀ। ਤਾਂ ਮੇਰੇ ਦਿਲ 'ਚ ਮੈਂ ਇਸ ਤਰ੍ਹਾਂ ਦੇ ਬੜੇ ਕੇਸ ਦਿਖੇ ਤਾਂ ਵੇਖਣ ਦੇ ਬਾਅਦ ਫਿਰ ਮੇਰੇ ਦਿਲ 'ਚ ਬੜਾ ਆਇਆ ਵੀ ਜਿਹੜੀਆਂ ਕੁੜੀਆਂ ਅੱਗੇ ਵਧਣਾ ਚਾਹੁੰਦੀਆਂ ਨੇ ਵਿਆਹ ਤੋਂ ਬਾਅਦ ਵੀ, ਲੇਕਿਨ ਉਹਨਾਂ ਨੂੰ ਕੋਈ ਸਹਾਰਾ ਨਹੀਂ ਮਿਲ ਪਾਉਂਦਾ ਜਾਂ ਉਹਨਾਂ ਦੀ ਕੋਈ ਸਪੋਰਟ, ਉਹਨਾਂ ਨੂੰ ਮੈਂਟਲੀ ਸਪੋਰਟ ਨਹੀਂ ਮਿਲ ਪਾਉਂਦੀ। ਤਾਂ ਕਰਕੇ ਮੈਂ ਜਦੋਂ ਕੁੜੀ ਇੱਕ ਪੇਕੇ ਤੋਂ ਸਹੁਰੇ ਜਾਂਦੀ ਹੈ ਤਾਂ ਸਾਰਾ ਹੀ ਮਾਹੌਲ ਚੇਂਜ ਹੁੰਦਾ ਹੈ ਤੇ ਬੰਦਿਸ਼ਾਂ ਵੀ ਜਿਹੜੀਆਂ ਕਈ ਲੱਗ ਜਾਂਦੀਆਂ ਉਹਦੇ 'ਚ। ਜਿਵੇਂ ਅਸੀਂ ਪਹਿਲਾਂ ਗੱਲ ਕਰੀਏ ਲੋਕ ਲਾਜ ਵੱਡੀ ਹੈ, ਜਿਹੜੀ ਸਾਡੀ ਸੁਸਾਇਟੀ ਹੁੰਦੀ ਹੈ ਉਹਦੇ ਵਿੱਚ ਉਹ ਕੀ ਕਹੇਗਾ, ਕਿਉਂਕਿ ਆਪਣੀ ਫਰੀडम ਤਾਂ ਲੋਕ ਇੱਥੇ ਹੀ ਖੋ ਦਿੰਦੇ ਨੇ ਕਾਫੀ ਹੱਦ ਤੱਕ ਜੀ। ਤਾਂ ਇਸੇ ਕਰਕੇ ਫਿਰ ਮੈਂ ਵੀ ਸੰਸਥਾ ਦੇ ਥਰੂ ਉਹਨਾਂ ਨੂੰ ਜਾ ਕੇ ਮਿਲਦੀ ਆ ਜਿਹੜੀਆਂ ਕੁੜੀਆਂ ਅੱਗੇ ਵਧਣਾ ਚਾਹੁੰਦੀਆਂ। ਹਾਂਜੀ,
ਤੇ ਉਹ ਮੈਨੂੰ ਕੰਟੈਕਟ ਕਰਦੀਆਂ, ਫਿਰ ਮੈਂ ਉਹਨਾਂ ਦੇ ਪਰਿਵਾਰ ਵਿੱਚ ਜਾਂਦੀ ਆ, ਕਾਉਂਸਲਿੰਗ ਕਰਦੀ ਆ। ਫਿਰ ਬੜੀ ਸਾਰੀ ਕੁੜੀਆਂ ਨੇ ਵੀ ਇਸ ਤਰ੍ਹਾਂ ਹੁਣ ਅੱਗੇ ਵਧ ਗਈਆਂ ਨੇ, ਹਾਂਜੀ ਆਪਣੀ ਨੌਕਰੀਆਂ ਕਰ ਰਹੀਆਂ ਨੇ। ਹਾਂਜੀ। ਬਾਕੀ ਅਸੀਂ ਦੇਖਦੇ ਆ ਵੀ ਸਮਾਜ ਵਿੱਚ ਵੀ ਜਿਹੜੇ ਆ ਤੁਸੀਂ ਕਿਹਾ ਸੀ ਵੀ ਜਿਹੜੇ ਛੋਟੇ ਜਿਹੜੇ ਹੁੰਦੇ, ਜਿਸ ਤਰ੍ਹਾਂ ਸਲਮ ਏਰੀਆ 'ਚ ਵੀ ਅੱਜ ਕੱਲ ਕੁੜੀਆਂ ਕੰਮ ਬਾਹਰ ਵੀ ਜਾਂਦੀਆਂ ਨੇ, ਪੜ੍ਹ ਵੀ ਰਹੀਆਂ, ਲੇਕਿਨ ਕਦੇ ਅਸੀਂ ਦੇਖਦੇ ਆ ਵੀ ਰੇਪ ਦੇ ਕਿੰਨੇ ਸਾਰੇ ਕੇਸ ਆ ਜਾਂਦੇ ਨੇ, ਤਾਂ ਵੀ ਉਹਦੇ ਘਰ ਵਾਲੇ ਜਿਹੜੇ ਹੈ ਮਾਪਿਓ ਡਰ ਜਾਂਦੇ ਨੇ, ਤਾਂ ਕੁੜੀਆਂ ਨੂੰ ਬਾਹਰ ਪੜਨ ਵਾਸਤੇ ਵੀ ਨਹੀਂ ਭੇਜਦੇ। ਤਾਂ ਉਹਨਾਂ ਨੂੰ ਵੀ ਮਤਲਬ ਇੱਕ ਮੋਟੀਵੇਸ਼ਨ ਚਾਹੀਦੀ ਹੁੰਦੀ ਹੈ, ਇਹ ਸੇਫਟੀ, ਇੱਕ ਸਿਕਿਉਰਿਟੀ ਵੀ ਚਾਹੀਦੀ ਹੁੰਦੀ ਹੈ, ਹੌਸਲਾ ਜੀ, ਮਾਨਸਿਕ ਤੌਰ ਤੇ ਮਜ਼ਬੂਤੀ ਦਿੰਦਾ। ਹਾਂਜੀ, ਮਾਨਸਿਕ ਤੌਰ ਤੇ ਵੀ। ਤਾਂ ਉਹਦੇ ਵਿੱਚ ਵੀ ਅਸੀਂ ਬੜਾ ਕੰਮ ਕੀਤਾ ਹੈ ਜੀ। ਤਾਂ ਬਸ ਫਿਰ ਇਸ ਤਰ੍ਹਾਂ ਹੀ ਅਸੀਂ ਕੰਮ ਕਰਦੇ ਰਹਿੰਦੇ ਹਾਂ ਵੀ ਲੋਕ ਮੇਨ ਹੈ ਲੋਕਾਂ ਨੂੰ ਅਵੇਅਰਨੈਸ ਜੀ, ਜਾਗਰੂਕਤਾ। ਜੇ ਜਾਗਰੂਕਤਾ ਹੋਏਗੀ ਤਾਂ ਹੀ ਲੋਕੀ ਅੱਗੇ ਵੱਧ ਸਕਦੇ ਨੇ ਜੀ। ਤੇ ਅਸੀਂ ਚਾਹੁੰਦੇ ਹਾਂ ਕਿ ਜਾਂਦੇ ਜਾਂਦੇ ਤੁਸੀਂ ਸੰਗਤ ਟੈਲੀਵਿਜ਼ਨ ਦੇ ਰਾਹੀਂ तमाम ਦੁਨੀਆ ਦੇ ਵਿੱਚ ਸਾਡੇ ਜਿਹੜੇ ਦਰਸ਼ਕ ਨੇ, ਲੋਕ ਭਲਾਈ ਦੇ ਲਈ ਜਿਹੜੇ ਕਾਰਜ ਤੁਸੀਂ ਕਰ ਰਹੇ ਹੋ, ਕੀ ਸੰਦੇਸ਼ ਦੇਣਾ ਚਾਹੋਗੇ ਜੀ? ਮੈਂ ਆਈ ਤਾਂ ਇੰਨਾ ਕੰਮ ਕਰ ਰਿਹਾ ਹੈ, और भी कितनी संस्थाएं कर रही है, सरकार भी कर रही है, अपनी जिम्मेवारी समझ रही है कि साडी एक सामाजिक जिम्मेवारी है, समाज सरकार भी अपनी समझ रही है। तो ਅਸੀਂ ਵੀ ਇੱਕ ਇਨਸਾਨ ਹੋਣ ਦੇ ਨਾਤੇ ਅਸੀਂ ਵੀ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸਾਂਭਦੇ ਹੋਏ ਅਸੀਂ ਸਮਾਜ ਲਈ ਵੀ ਅੱਗੇ ਆਣ ਤੇ ਸਮਾਜ ਭਲਾਈ ਦਾ ਕੰਮ ਕਰੀਏ, ਅਸੀਂ ਵੀ ਅੱਗੇ ਵਧੀਏ ਤੇ ਸਾਡੇ ਸਾਡੇ ਜਿਹੜੇ ਭਰਾ ਭੈਣ ਨੇ ਉਹ ਵੀ ਅੱਗੇ ਵਧਣ ਜੀ। ਪੂਜਾ ਜੀ, ਤੁਸੀਂ ਅੱਜ ਕੀਮਤੀ ਸਮਾਂ ਦਿੱਤਾ। ਅਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜੇ ਕਾਰਜਾਂ ਦੇ ਵਿੱਚ ਆਪ ਜੀ ਲੱਗੇ ਹੋ, ਆਪ ਜੀ ਨੂੰ ਇਸੇ ਤਰ੍ਹਾਂ ਹੀ ਪ੍ਰੇਰਨਾ ਮਿਲਦੀ ਰਹੇ। ਬਹੁਤ ਸਾਰੇ ਅਜਿਹੇ ਪਰਿਵਾਰ ਜਿਨ੍ਹਾਂ ਲਈ ਤੁਸੀਂ ਪ੍ਰੇਰਨਾ ਦਾ ਸਰੋਤ ਬਣੇ ਹੋ, ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਜਿਹੜਾ ਕੰਮ ਹੌਸਲੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਚੱਲਦੇ ਰਹੋ। ਸੰਗਤ